ਲੇਟ ਸ਼੍ਰੀ ਬਲਵੰਤ ਸਿੰਘ ਮੁਲਤਾਨੀ ਜੀ ਨੂੰ 11 ਦਸੰਬਰ 1991 ਦੇ ਵਿੱਚ ਉਹਨਾਂ ਦੇ ਘਰੋਂ ਮੋਹਾਲੀ ਤੋਂ ਚੰਡੀਗੜ੍ਹ ਪੁਲਿਸ ਦੀ ਟੀਮ ਨੇ ਜਾ ਕੇ ਚੁੱਕ ਲਿਆ। ਸਾਰਾ ਕੁਝ ਸੈਣੀ ਦੇ ਡਾਇਰੈਕਸ਼ਨਸ ਦੇ ਉੱਤੇ ਹੋਇਆ। FIR ਦਰਜ ਹੋ ਚੁੱਕੀ ਹੈ। ਉਸ ਤੋਂ ਬਾਅਦ ਟ੍ਰਾਇਲ ਸ਼ੁਰੂ ਹੋ ਗਿਆ ਤੇ ਅੱਜ ਇਸ ਕੇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ। ਇਹਦੇ ਵਿੱਚ ਚਲਾਨ ਤੇ ਸਪਲੀਮੈਂਟਰੀ ਚਲਾਨ ਫਾਈਲ ਹੋ ਚੁੱਕੇ ਔਰ ਅੱਜ ਇਹਨੂੰ ਕਾਪੀਜ਼ ਸਪਲਾਈ ਹੋਈਆਂ। ਇਸ ਮਾਮਲੇ ਦੇ ਵਿੱਚ FIR ਤਾਂ ਹੋ ਚੁੱਕੀ ਹੈ, ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਹਰ ਗ੍ਰਿਫਤਾਰੀ ਦੇ ਪਿੱਛੇ ਦਾ ਰਾਜ਼ ਕੀ ਹੈ? ਜਿਹੜਾ ਆਪਦੇ ਆਪ ਨੂੰ ਕਾਨੂੰਨ ਤੋਂ ਉੱਤੇ ਮੰਨਦਾ ਸੀ, ਜਿਹੜਾ ਕਹਿੰਦਾ ਸੀ ਕਾਨੂੰਨ ਦਾ ਕੁਝ ਨਹੀਂ ਵਿਗਾੜ ਸਕਦਾ, ਉਹ ਜਿੰਨੀ ਮਰਜ਼ੀ ਹੈਵਾਨੀਅਤ ਸ਼ੋਅ ਕਰੇ, ਅੱਜ ਉਸ ਬੰਦੇ ਤੇ ਕਿੰਨੀਆਂ FIR? ਤੁਸੀਂ ਦੇਖੋ ਅੱਜ ਸੈਣੀ ਦੇ ਉੱਤੇ ਗੋਲੀकांड ਦੇ ਨੂੰ ਲੈ ਕੇ ਵੀ ਕੇਸਸ ਚੱਲ ਰਹੇ ਆ, ਉਹਦੇ ਉੱਤੇ ਕਰਪਸ਼ਨ ਦੀਆਂ ਵੀ 2 FIRs ਰਜਿਸਟਰਡ। ਕਿਹੜਾ ਦਾਅ ਪੇਚ ਹੈ ਜਿਹੜਾ ਸੁਮੇਧ ਸਿੰਘ ਸੈਣੀ ਨੂੰ ਬਚਾਉਂਦਾ ਰਿਹਾ? ਕਿ ਉਹ ਕੋਈ ਸਿਆਸੀ ਦਾਅ ਪੇਚ ਸੀ ਜਾਂ ਕੋਈ ਕਾਨੂੰਨੀ ਦਾਅ ਪੇਚ ਸੀ? ਦੇਖੋ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਰੱਬ ਦੇ ਘਰ ਦੇਰ ਹੈ ਨੇਰ। ਸੈਣੀ ਨੇ ਹਰ ਚੀਜ਼ ਕਰ ਲਈ, ਕੀ ਨਹੀਂ ਕੀਤਾ? ਪੋਲੀਟੀਕਲ ਸਪੋਰਟ ਮਿਲੀ ਤੇ DG ਲਾਤਾ, ਤੇ ਜਿਹੜੀ ਸਰਕਾਰ ਨੇ DG ਲਾਇਆ ਉਸੇ ਸਰਕਾਰ ਨੇ ਉਹਨੂੰ ਹਟਾਇਆ। ਸੈਣੀ ਬਹੁਤ ਵੱਡੀ ਪਾਵਰ ਹੈ, ਉਹ ਇੱਕ ਸਿਸਟਮ ਦਾ, ਬਹੁਤ ਵੱਡੀ ਮਸ਼ੀਨਰੀ ਦਾ ਇੱਕ ਅਜਿਹਾ ਸਿੱਕਾ ਹੈ। ਨਾ ਸੈਣੀ ਤੇ ਨਾ ਸੈਣੀ ਦੇ ਨੁਮਾਇੰਦੇ, ਨਾ ਮੈਂ ਇਹਨਾਂ ਤੋਂ ਡਰਿਆ ਨਾ ਮੈਂ ਡਰਾਂ। ਮੇਰੇ ਲਈ ਉਹ ਸਿਸਟਮ ਨਹੀਂ, ਇੱਕ ਹੈਵਾਨ ਹੈ, ਔਰ ਹੈਵਾਨ ਇੱਕ ਨਿਹਾਇਤ ਡਰਪੋਕ ਇਨਸਾਨ ਹੈ। ਪੰਜਾਬ ਦਾ ਇੱਕ ਚਰਚਿਤ ਚਿਹਰਾ ਬਲਵੰਤ ਸਿੰਘ ਮੁਲਤਾਨੀ, ਜਿਹੜਾ ਸਿਟਕੋ ਦਾ ਇੱਕ ਇੰਜੀਨੀਅਰ ਸੀ, ਉਸ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਉਸ ਦੇ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕੀਤਾ ਗਿਆ, ਪਰ ਪੁਲਿਸ ਕੁਝ ਹੋਰ ਕਹਿ ਰਹੀ ਹੈ। ਤੇ ਇਹ ਸਾਰੇ ਕੇਸ ਦੇ ਵਿੱਚ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਦਾ ਨਾਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਬੋਲਦਾ। ਇਸ ਕੇਸ ਦੇ ਵਿੱਚ ਕਾਫੀ ਕੁਝ ਨਿਕਲ ਕੇ ਸਾਹਮਣੇ ਆਇਆ। ਕਦੇ FIR ਹੋ ਜਾਂਦੀ ਹੈ ਤੇ ਕਦੇ FIR ਕੁਐਸ਼ ਹੋ ਜਾਂਦੀ ਹੈ, ਪਰੰਤੂ ਹੁਣ ਇਸ ਮਾਮਲੇ ਦੇ ਵਿੱਚ ਮੁੜ ਤੋਂ FIR ਦਰਜ ਕੀਤੀ ਗਈ ਹੈ। ਮਟੌਰ ਥਾਣੇ ਦੇ ਵਿੱਚ FIR ਦਰਜ ਹੋਈ ਹੈ ਤੇ ਇਹ ਸਾਰੇ ਮਾਮਲੇ ਦੀ ਪੈਰਵਾਈ ਐਡਵੋਕੇਟ ਪੰਜਾਬ ਅਤੇ ਹਰਿਆਣਾ ਦੇ ਪ੍ਰਦੀਪ ਵਿਰਕ ਜੀ ਕਰ ਰਹੇ ਨੇ ਤੇ ਉਹਨਾਂ ਤੋਂ ਜਾਣਾਂਗੇ ਸਾਰੇ ਕੇਸ ਬਾਰੇ ਕਿ ਆਖਰ ਇਸ ਕੇਸ ਦੇ ਵਿੱਚ ਹੋ ਕੀ ਰਿਹਾ। ਸੋ ਵਿਰਕ ਸਾਹਿਬ, ਸਭ ਤੋਂ ਪਹਿਲਾਂ ਔਨ ਏਅਰ ਤੇ ਤੁਹਾਡਾ ਸਵਾਗਤ ਹੈ। ਤੇ ਨਾਲ ਹੀ ਮੇਰਾ ਸਵਾਲ ਵੀ ਹੈ ਕਿ ਇਹ ਇੱਕ ਚਰਚਿਤ ਕੇਸ ਹੈ, ਤੁਸੀਂ ਲੰਮੇ ਸਮੇਂ ਤੋਂ ਇਸ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ। ਹੁਣ ਇਹ ਕੇਸ ਕਿਸ ਪੱਖ ਉੱਤੇ ਪਹੁੰਚਿਆ ਹੋਇਆ ਹੈ? ਹੁਣ ਜਿਹੜੀ FIR ਦਰਜ ਹੋ ਚੁੱਕੀ ਹੈ, ਉਸ ਤੋਂ ਬਾਅਦ ਟ੍ਰਾਇਲ ਸ਼ੁਰੂ ਹੋ ਗਿਆ ਤੇ ਅੱਜ ਇਸ ਕੇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਇਸ ਕੇਸ ਦੇ ਵਿੱਚ ਜੀ ਮੈਂ ਥੋੜੀ ਬੈਕਗਰਾਉਂਡ ਪਹਿਲਾਂ ਦੱਸਦਾ ਕੇਸ ਦੀ। ਕੇਸ ਦੇ ਫੈਕਟਸ ਇਹ ਨੇ ਕਿ ਲੇਟ ਸ਼੍ਰੀ ਬਲਵੰਤ ਸਿੰਘ ਮੁਲਤਾਨੀ ਜੀ ਨੂੰ 11 ਦਸੰਬਰ 1991 ਦੇ ਵਿੱਚ ਉਹਨਾਂ ਦੇ ਘਰੋਂ ਮੋਹਾਲੀ ਤੋਂ ਚੰਡੀਗੜ੍ਹ ਪੁਲਿਸ ਦੀ ਟੀਮ ਨੇ ਜਾ ਕੇ ਚੁੱਕ ਲਿਆ। ਉਹ ਸਾਰਾ ਕੁਝ ਸੈਣੀ ਦੇ ਡਾਇਰੈਕਸ਼ਨਸ ਦੇ ਉੱਤੇ ਹੋਇਆ। ਉਸ ਤੋਂ ਬਾਅਦ ਕਸਟਡੀ ਦੇ ਵਿੱਚ ਟੌਰਚਰ ਕਰਕੇ 13 ਦਸੰਬਰ ਨੂੰ ਕਿਸੇ ਕੇ FIR ਦੇ ਵਿੱਚ ਸ਼ੋਅ ਕਰਤਾ ਕਿ ਜੀ ਹੀ ਇਜ਼ ਅ ਵਾਂਟਡ ਟੈਰਰਿਸਟ, ਵੈਪਨ ਪਲਾਂਟ ਕਰਤਾ, ਆਰਮਸ ਐਕਟ ਲਾਤਾ, ਟਾਡਾ ਲਾਤਾ। ਉਸ ਤੋਂ ਬਾਅਦ ਇੰਨੇ ਬਰੂਟਲੀ ਉਹਨਾਂ ਨੂੰ ਟੌਰਚਰ ਕੀਤਾ ਕਿ ਹੀ ਡਾਈਡ ਇਨ ਕਸਟਡੀ, ਪ੍ਰੈਕਟੀਕਲੀ ਮਾਰ ਹੀ ਦਿੱਤਾ। ਔਰ ਉਸ ਤੋਂ ਬਾਅਦ ਐਵੀਡੈਂਸ ਫੈਬਰੀਕੇਟ ਕਰਕੇ ਇਹ ਸ਼ੋਅ ਕੀਤਾ ਕਿ ਕਾਦੀਆਂ ਉਹ ਗਏ, ਉਹਨਾਂ ਨੂੰ ਲੈ ਕੇ ਗਈ ਸੀ ਪੁਲਿਸ, ਕਾਦੀਆਂ ਤੋਂ ਫਰਾਰ ਹੋ ਗਏ ਕਸਟਡੀ 'ਚੋਂ ਔਰ ਉੱਥੇ PO ਡਿਕਲੇਅਰ ਕਰਵਾਤਾ। ਸੋ ਇਹ ਸਾਰੀ ਫੈਬਰੀਕੇਸ਼ਨ ਆਫ ਐਵੀਡੈਂਸ, ਕੋਰਟ ਨੂੰ ਮਿਸਲੀਡ ਕਰਨਾ, ਸਾਰਾ ਕੁਝ ਜੋ ਸੈਣੀ ਨੇ ਕੀਤਾ, ਅਪਾਰਟ ਫਰਮ ਆਫ ਕੋਰਸ ਕਤਲ, 302 ਦੀ ਧਾਰਾ ਵੀ ਵਿੱਚ ਐਡਿਡ ਹੈ। ਇਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਸੀ ਉਸ ਵੇਲੇ ਤਾਂ ਸਾਰਾ ਕੁਝ ਪੁਲਿਸ ਦੇ ਹੱਥ ਸੀ। ਸੈਣੀ ਆਪਦੀ ਉਸ SSP ਦੀ ਕੁਰਸੀ ਤੇ ਸੀ, ਸੋ ਸੈਣੀ ਨੇ ਸਾਰਾ ਕੁਝ ਮੈਨੇਜ ਕਰ ਲਿਆ। ਅਕਤੂਬਰ 2007 ਦੇ ਵਿੱਚ ਇਸ ਕੇਸ ਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਪ੍ਰੋਕਲੇਮਡ ਆਫੈਂਡਰਸ, ਜਿਹੜੇ ਭਗੌੜੇ ਬੰਦੇ ਸੀ, ਉਹਨਾਂ ਨੂੰ ਲੱਭਣ ਦੇ ਆਰਡਰਸ ਦਿੱਤੇ। ਉਹਦੇ ਵਿੱਚ ਇਹ ਇਨਵੈਸਟੀਗੇਸ਼ਨ CBI ਨੂੰ ਦਿੱਤੀ ਗਈ, ਜਿਹਦੇ ਵਿੱਚ 9 ਮਹੀਨੇ ਦੀ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਬਾਅਦ ਇੱਕ ਰੈਗੂਲਰ ਕੇਸ, ਇੱਕ FIR ਜੁਲਾਈ 2008 ਦੇ ਵਿੱਚ ਦਰਜ ਹੋਈ। ਉਹ FIR ਦੇ ਵਿੱਚ ਸੈਣੀ ਦੀ ਪਲੀ ਸੀ ਕਿ ਉਹਨੂੰ ਬਿਨਾਂ ਸੁਣੇ CBI ਨੂੰ ਡਾਇਰੈਕਸ਼ਨ ਦਿੱਤੀ ਗਈ ਇਨਵੈਸਟੀਗੇਸ਼ਨ ਦੀ, ਜਿਸ ਕਰਕੇ ਉਹਨੂੰ ਸਟੇਟ ਆਫ ਪੰਜਾਬ ਨੇ ਚੈਲੰਜ ਕੀਤਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ। ਉਹ ਸਟੇ ਹੋ ਗਿਆ ਔਰ ਫਾਈਨਲੀ ਨਵੰਬਰ 2011 ਦੇ ਵਿੱਚ ਜਦੋਂ ਜਜਮੈਂਟ ਆਈ, ਉਹਦੇ ਵਿੱਚ ਇੱਕ ਟੈਕਨੀਕਲ ਗਰਾਊਂਡ ਦੇ ਉੱਤੇ ਕਿ ਸੈਣੀ ਨੂੰ ਬਿਨਾਂ ਸੁਣੇ FIR ਰਜਿਸਟਰ ਹੋਈ ਹੈ ਉਹਦੇ ਖਿਲਾਫ, ਉਸ ਗਰਾਊਂਡ ਦੇ ਉੱਤੇ FIR ਕੁਆਸ਼ ਕੀਤੀ ਗਈ। ਮਤਲਬ ਬੇਸਿਕਲੀ FIR ਨਹੀਂ, ਉਹ ਆਰਡਰ ਕੁਆਸ਼ ਕੀਤਾ ਗਿਆ ਹਾਈ ਕੋਰਟ ਦਾ। ਸੋ ਆਨਰੇਬਲ ਸੁਪਰੀਮ ਕੋਰਟ ਨੇ ਲਿਖਿਆ ਆਪਦੇ ਆਰਡਰ ਦੇ ਵਿੱਚ
ਕਿ ਕਿਉਂਕਿ ਆਨਰੇਬਲ ਹਾਈ ਕੋਰਟ ਦਾ ਆਰਡਰ ਅਸੀਂ ਕੁਆਸ਼ ਕਰ ਰਹੇ ਹਾਂ, ਸੋ ਸਾਰੀਆਂ ਪ੍ਰੋਸੀਡਿੰਗਸ ਕੁਆਸ਼ ਹੋਣਗੀਆਂ ਉਸ ਤੋਂ ਬਾਅਦ ਦੀਆਂ। ਲੇਕਿਨ ਪਾਰਟੀਜ਼ ਨੂੰ ਇਹ ਲਿਬਰਟੀ ਦਿੱਤੀ ਕਿ ਤੁਸੀਂ ਜਿਹੜੇ ਦੁਬਾਰਾ ਕੰਪਲੇਂਟ ਦੇ ਕੇ ਪ੍ਰੋਸੈਸ ਆਫ ਲਾਅ ਦੇ ਹਿਸਾਬ ਨਾਲ ਕਾਰਵਾਈ ਸ਼ੁਰੂ ਕਰਵਾ ਸਕਦੇ ਹੋ। ਹੁਣ ਉਹਦੇ ਵਿੱਚ ਪ੍ਰੋਬਲਮ ਇਹ ਆ ਗਈ ਕਿ 3 ਮਹੀਨੇ ਬਾਅਦ ਸੁਮੇਧ ਸੈਣੀ ਡੀਜੀ ਪੰਜਾਬ ਸੀ, ਸੋ ਇਸ ਕਰਕੇ ਓਬਵੀਅਸਲੀ ਕੋਈ ਅੱਗੇ ਕੰਪਲੇਂਟ ਦੇਣ ਨਹੀਂ ਆ ਸਕਿਆ। ਫੈਮਿਲੀ ਨੂੰ ਵੀ ਡਰ ਦਾ ਮਾਹੌਲ ਫੈਮਿਲੀ ਲਈ ਵੀ ਸੀ। ਸੋ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਫਾਈਨਲੀ ਕੰਪਲੇਂਟ ਦਿੱਤੀ ਹੈ 2020 ਦੇ ਵਿੱਚ, ਉਦੋਂ FIR ਰਜਿਸਟਰ ਹੋਈ ਹੈ। ਉਦੋਂ ਮੈਂ ਕੰਪਲੇਨੈਂਟ ਜਿਹੜੇ ਲੇਟ ਬਲਵੰਤ ਸਿੰਘ ਮੁਲਤਾਨੀ ਜੀ ਸੀ, ਉਹਨਾਂ ਦੇ ਬ੍ਰਦਰ ਵੱਲੋਂ ਐਜ਼ ਕੰਪਲੇਨੈਂਟ ਇਹ ਕੰਪਲੇਂਟ ਦਿੱਤੀ ਗਈ। ਉਸ ਵੇਲੇ ਸੈਣੀ ਨੇ ਉਸ ਤੋਂ ਬਾਅਦ ਇਹਦੇ ਵਿੱਚ ਕੁਐਸ਼ਿੰਗ ਪਟੀਸ਼ਨ ਪਾਈ, ਜਿਹੜੀ ਡਿਸਮਿਸ ਹੋਈ, ਆਨਰੇਬਲ ਸੁਪਰੀਮ ਕੋਰਟ ਤੋਂ ਵੀ ਡਿਸਮਿਸ ਹੋਈ। ਉਹਦੇ ਵਿੱਚ ਉਹਨੂੰ ਲਿਬਰਟੀ ਦਿੱਤੀ ਗਈ ਕਿ ਤੂੰ ਇਨਵੈਸਟੀਗੇਸ਼ਨ ਚੈਲੰਜ ਕਰ ਸਕਦਾ ਹੈ। ਹੁਣ ਉਹਨੇ ਉਹ ਇਨਵੈਸਟੀਗੇਸ਼ਨ ਆਨਰੇਬਲ ਹਾਈ ਕੋਰਟ ਚੈਲੰਜ ਕੀਤੀ ਹੈ। ਇਹਦੇ ਵਿੱਚ ਚਲਾਨ ਤੇ ਸਪਲੀਮੈਂਟਰੀ ਚਲਾਨ ਫਾਈਲ ਹੋ ਚੁੱਕੇ ਹੈ ਔਰ ਅੱਜ ਇਹਨੂੰ ਕਾਪੀਜ਼ ਸਪਲਾਈ ਹੋਈਆਂ ਆਨਰੇਬਲ ਕੋਰਟ, ਲੋਅਰ ਕੋਰਟ ਦੇ ਵਿੱਚ, ਟ੍ਰਾਇਲ ਕੋਰਟ ਦੇ ਵਿੱਚ। ਔਰ ਹੁਣ ਫॉर ਸਕਰੂਟਨੀ ਐਂਡ ਕਮਿਟਲ ਕੇਸ ਲੱਗਿਆ ਹੋਇਆ, ਜਿੱਥੇ ਉਹਨਾਂ ਨੇ ਇੱਕ ਸੈਸ਼ਨਸ ਕੋਰਟ ਨੂੰ ਕੇਸ ਭੇਜਣਾ ਹੁੰਦਾ ਹੈ। ਜੇਕਰ ਗੱਲ ਕੀਤੀ ਜਾਵੇ ਇਸ ਸਾਰੇ ਮਾਮਲੇ ਦੀ, ਇਸ ਮਾਮਲੇ ਨੂੰ 3 ਦਹਾਕੇ ਹੋ ਚੁੱਕੇ ਨੇ ਤੇ ਸੁਮੇਧ ਸਿੰਘ ਸੈਣੀ ਦੇ ਨਾਲ ਹੋਰ ਕਿਹੜੇ ਅਫਸਰ ਸ਼ਾਮਲ ਨੇ ਇਹ ਸਾਰੇ ਜਿਹੜਾ ਵਰਤਾਰਾ ਵਾਪਰਿਆ। ਤੇ ਨਾਲ ਹੀ ਮੈਂ ਇਹ ਗੱਲ ਵੀ ਐਡ ਕਰਨਾ ਚਾਹੁੰਦਾ ਕਿ ਇੱਕ ਚਰਚਾ ਚੱਲਦੀ ਰਹੀ ਹੈ ਲੰਮਾ ਅਰਸਾ ਕਿ ਇੱਕ ਦੇਸੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ, ਕਿ ਉਹ ਜਿਹੜੀ ਦੇਸੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ ਕਤਲ ਦੇ ਵਿੱਚ, ਜਿਸ ਤਰ੍ਹਾਂ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ, ਉਹ ਤੱਥ, ਉਹ ਸਬੂਤ, ਉਹ ਸਭ ਕੁਝ ਕਿਤੇ ਸਾਹਮਣੇ ਆਇਆ ਅਜੇ ਤੱਕ? ਦੇਖੋ ਸਰ, ਅਜੇ ਚਲਾਨ ਜਿਹੜਾ ਸੈਣੀ ਨੇ ਕੋਰਟ ਦੇ ਵਿੱਚ ਲਾਇਆ ਹੈ, ਕਿਉਂਕਿ ਉਹਨੂੰ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਮੇਨ ਚਲਾਨ ਪਲੇਸ ਔਨ ਰਿਕਾਰਡ ਹੋਇਆ ਸੀ ਔਰ ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ ਵੀ ਆਇਆ। ਸੋ ਅਜੇ ਉਹਨੂੰ ਕਾਪੀਜ਼ ਮਿਲੀਆਂ, ਕੀ ਐਵੀਡੈਂਸ ਔਰ ਕਿੰਨੀ ਕਨਕਲੂਸਿਵ ਹੈ, ਉਹ ਤਾਂ ਜਦੋਂ ਟ੍ਰਾਇਲ ਚੱਲਦਾ ਹੈ ਉਦੋਂ ਹੀ ਚੀਜ਼ ਸਾਹਮਣੇ ਆਉਂਦੀ ਹੈ। ਇੱਥੇ ਜਿਹੜੀ ਦੁਰਵਰਤੋਂ ਕੀਤੀ ਹੈ, ਜਿਹੜੀ ਅਸੀਂ ਗੱਲ ਕਰੀਏ ਕਿਸੇ ਦੇਸੀ ਮਸ਼ੀਨਰੀ ਤੋਂ ਜ਼ਿਆਦਾ, ਇਟ ਇਜ਼ ਕਿ ਪੋਲੀਟੀਕਲ ਸਪੋਰਟ ਲੈਣ ਲਈ ਹੋਰ ਲੋਕਾਂ ਤੋਂ ਹੈਲਪ ਲੈ ਕੇ ਉਹਨੇ ਸਿਸਟਮ ਇਹੋ ਜਿਹਾ ਮੈਨੀਪੂਲੇਟ ਕੀਤਾ, ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿ ਸੈਣੀ ਦੇ ਖਿਲਾਫ ਕੋਈ ਆ ਨਹੀਂ ਸਕਿਆ। ਜੇ ਤੁਸੀਂ ਅੱਜ ਦੇਖੋ ਇਸ ਲੜਾਈ ਨੂੰ ਲੜਦੇ ਹੋਏ ਉਸ ਟੱਬਰ ਦੀ ਹਿੰਮਤ ਨੂੰ ਤੁਸੀਂ ਵੇਖੋ, ਜਿਹੜੀ ਇੰਨੀ ਹਿੰਮਤ ਕਰਕੇ ਸੈਣੀ ਦੇ ਖਿਲਾਫ ਲੜੇ ਆ, ਉਹਦਾ ਇੱਕ ਕੌਨਸੀਕੁਐਂਸ ਕੀ ਹੋਇਆ। ਮੈਂ ਕਹਾਂਗਾ ਤੁਹਾਡੇ ਦਰਸ਼ਕਾਂ ਦੀ ਅਰਦਾਸਾਂ ਦਾ ਇਹਦੇ 'ਚ ਬਹੁਤ ਵੱਡਾ ਰੋਲ ਹੈ, ਬਿਕੋਜ਼ ਮੈਂ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਰੱਖ ਕੇ ਚੱਲਦਾ। ਤੁਸੀਂ ਦੇਖੋ ਅੱਜ ਸੈਣੀ ਦੇ ਉੱਤੇ ਗੋਲੀकांड ਦੇ ਨੂੰ ਲੈ ਕੇ ਵੀ ਕੇਸਿਸ ਚੱਲ ਰਹੇ ਹੈ, ਉਹਦੇ ਉੱਤੇ ਕਰਪਸ਼ਨ ਦੀਆਂ ਵੀ 2 FIRs ਰਜਿਸਟਰਡ ਹੈ, ਉਹਦੇ ਤੇ ਦਿੱਲੀ ਵੀ ਸੈਣੀ ਮੋਟਰਸ ਵਾਲਾ ਕੇਸ ਚੱਲ ਰਿਹਾ ਔਰ ਉਹਦੇ ਤੇ ਮੁਲਤਾਨੀ ਕੇਸ ਚੱਲ ਪਿਆ। ਸੋ ਇੱਕ ਬੰਦਾ ਜਿਹੜਾ ਆਪਦੇ ਆਪ ਨੂੰ ਕਾਨੂੰਨ ਤੋਂ ਉੱਤੇ ਮੰਨਦਾ ਸੀ, ਜਿਹੜਾ ਕਹਿੰਦਾ ਸੀ ਕਾਨੂੰਨ ਉਹਦਾ ਕੁਝ ਨਹੀਂ ਵਿਗਾੜ ਸਕਦਾ, ਉਹ ਜਿੰਨੀ ਮਰਜ਼ੀ ਹੈਵਾਨੀਅਤ ਸ਼ੋਅ ਕਰੇ, ਅੱਜ ਉਸ ਬੰਦੇ ਤੇ ਕਿੰਨੀਆਂ FIRs ਹੋ ਗਈਆਂ। ਔਰ ਜੇ ਤੁਸੀਂ ਦੇਖੋ, ਉਹ ਸੈਣੀ ਦੀ ਆਦਤ ਹੈ ਕਿ ਆਪਦੇ ਆਪ ਨੂੰ ਬੜਾ ਅਪਰਾਈਟ ਆਫਿਸਰ ਸ਼ੋਅ ਕਰਦਾ ਹੈ, ਕਾਨੂੰਨ ਦਾ ਬੜਾ ਰਖਵਾਲਾ ਸ਼ੋਅ ਕਰਦਾ, ਔਰ ਅਸਲ ਦੇ ਵਿੱਚ ਹਰ ਤਰ੍ਹਾਂ ਦੀ ਉਹਨੇ ਜਿਹੜੀ ਕਾਨੂੰਨ ਦੀ ਧੱਜੀਆਂ ਉਡਾਈਆਂ ਹੋਈਆਂ, ਉਹ ਦਰਸ਼ਕਾਂ ਦੇ ਸਾਹਮਣੇ ਹੀ ਹੈ, ਸਾਰਿਆਂ ਨੂੰ ਪਤਾ ਹੀ ਹੈ। ਜੇਕਰ ਗੱਲ ਕੀਤੀ ਜਾਵੇ ਸਾਰੇ ਕੇਸ ਨੂੰ ਲੈ ਕੇ, ਹੁਣ ਟ੍ਰਾਇਲ ਸ਼ੁਰੂ ਹੋ ਚੁੱਕਿਆ ਤੇ ਹੁਣ ਜਿਹੜੀ ਸਕਰੂਟਨੀ ਦੀ ਤੁਸੀਂ ਗੱਲ ਕਰ ਰਹੇ ਹੋ, ਪੜਤਾਲ ਹੋਏਗੀ, ਉਸ ਤੋਂ ਬਾਅਦ ਜੋ ਵੀ ਕੁਝ ਬਣੇਗਾ ਉਹ ਕਾਰਵਾਈ ਜ਼ਰੂਰ ਸਾਹਮਣੇ ਆਏਗੀ। ਪਰ ਹੁਣ ਤੱਕ ਇਸ ਮਾਮਲੇ ਦੇ ਵਿੱਚ FIR ਤਾਂ ਹੋ ਚੁੱਕੀ ਹੈ, ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਹਰ ਗ੍ਰਿਫਤਾਰੀ ਦੇ ਪਿੱਛੇ ਦਾ ਰਾਜ ਕੀ ਹੈ? ਕਿ ਹਾਈ ਕੋਰਟ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਉਹ ਹੈ ਜਾਂ ਕੁਝ ਹੋਰ ਹੈ? ਸਰ, ਗ੍ਰਿਫਤਾਰੀ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ। ਹੁਣ ਇਸ ਕੇਸ ਦੇ ਵਿੱਚ ਸੈਣੀ ਨੂੰ ਐਂਟੀਸਪੇਟਰੀ ਬੇਲ ਮਿਲੀ ਸੀ। ਤੁਸੀਂ ਵੇਖੋਗੇ ਉਸ ਵੇਲੇ ਮੀਡੀਆ 'ਚ ਵੀ ਬਹੁਤ ਹਾਈਲਾਈਟ ਹੋਇਆ ਸੀ ਕਿ ਸੈਣੀ ਦੀ ਅਗਾਊ ਜ਼ਮਾਨਤ ਡਿਸਮਿਸ ਹੋਈ ਸੀ, ਤਾਂ ਇਹ ਜਾ ਕੇ ਲੁਕਿਆ ਰਿਹਾ ਸੀ। ਇਨਫੈਕਟ ਉਸ ਵੇਲੇ ਇਹ ਵੀ ਮੁੱਦਾ ਉੱਠਿਆ ਸੀ ਕਿ ਇੱਕ Z+ ਕੈਟਾਗਰੀ ਦਾ ਪ੍ਰੋਟੈਕਟੀ ਅੰਡਰਗਰਾਊਂਡ ਹੋ ਕਿਵੇਂ ਸਕਦਾ ਹੈ, ਉਹ ਵੀ ਸਿਕਿਉਰਿਟੀ ਛੱਡ ਕੇ। ਬਟ ਐਨੀਵੇ, ਜਦੋਂ ਉਹ ਇਹਦੀ ਅਗਾਊ ਜ਼ਮਾਨਤ ਡਿਸਮਿਸ ਹੋ ਗਈ ਸੀ ਔਰ ਸਾਰਾ ਹੋਇਆ, ਉਸ ਵੇਲੇ ਕਿਉਂਕਿ ਬੇਲ ਤੇ ਸੀ, ਤਫਤੀਸ਼ ਹੁਣ ਹੋ ਗਈ ਹੈ, ਚਲਾਨ ਫਾਈਲ ਹੋ ਗਿਆ, ਅਸੀਂ ਬੇਲ ਕੈਂਸਲੇਸ਼ਨ ਇਹਦੀ ਪਾਈ ਹੋਈ ਹੈ, ਉਹ ਪੈਂਡਿੰਗ ਹੈ 29 ਜਨਵਰੀ ਵਾਸਤੇ। ਸੋ ਲੇਕਿਨ ਜਿੱਥੇ ਤੱਕ ਸੈਣੀ ਦਾ ਤੁਸੀਂ ਦੇਖੋਗੇ, ਮੈਂ ਅੱਜ ਦੀ ਤਰੀਕ ਜੇ ਗੱਲ ਕਰਾਂ, ਸਾਡੇ ਲਈ ਟ੍ਰਾਇਲ ਚਲਵਾਉਣਾ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਵੇਖੋ, ਕਿਸੇ ਬੰਦੇ ਨੂੰ ਅਰੈਸਟ ਕਰਨ ਦੀ ਸਟੇਜ ਸ਼ੁਰੂ ਦੇ ਵਿੱਚ ਹੁੰਦੀ ਹੈ ਤਾਂ ਕਿ ਇਨਵੈਸਟੀਗੇਸ਼ਨ ਜਾਂ ਐਵੀਡੈਂਸ ਉਹ ਡਿਸਟਰੋਏ ਨਾ ਕਰੇ, ਜਾਂ ਇਨਵੈਸਟੀਗੇਸ਼ਨ ਛੇਤੀ ਹੋ ਜਾਏ ਔਰ ਫੇਅਰ ਹੋ ਜਾਏ। ਹੁਣ ਉਹ ਸਟੇਜ ਲੰਘ ਚੁੱਕੀ ਹੈ। ਹੁਣ ਤਾਂ ਸਾਡੇ ਲਈ ਜ਼ਰੂਰੀ ਆ ਹੈ ਕਿ ਅਸੀਂ ਟ੍ਰਾਇਲ ਛੇਤੀ ਕਰਾਈਏ ਤਾਂ ਕਿ ਇਨਸਾਫ ਮਿਲ ਸਕੇ। ਸੋ ਇਸ ਕਰਕੇ ਸੈਣੀ ਦੀ ਅਰੈਸਟ ਉਨੀ ਇੰਪੋਰਟੈਂਟ ਨਹੀਂ ਹੈ ਜਿੰਨਾ ਇਸ ਕੇਸ ਦੀ ਐਕਸਪੀਡੀਸ਼ੀਅਸ ਜਾਂ ਛੇਤੀ ਟ੍ਰਾਇਲ ਹੋਣੀ ਜ਼ਰੂਰੀ ਹੈ।
ਜੇ ਗੱਲ ਕੀਤੀ ਜਾਵੇ ਇਸ ਮਾਮਲੇ ਨੂੰ ਲੈ ਕੇ, ਪਹਿਲਾਂ ਇਸ ਮਾਮਲੇ ਦੇ ਵਿੱਚ ਜਦੋਂ CBI ਕੋਲ ਵੀ ਇਹ ਕੇਸ ਜਾਂਦਾ, ਉਸ ਤੋਂ ਬਾਅਦ ਜਿਹੜੀ FIR ਹੈ ਉਹ ਕੁਐਸ਼ ਹੋ ਜਾਂਦੀ ਹੈ। ਉਸ ਦਾ ਪਿੱਛੇ ਦਾ ਕਾਰਨ ਕੀ ਸੀ? ਉਹ ਕੁਐਸ਼ ਹੋਣ ਤੋਂ ਬਾਅਦ ਹੁਣ ਤੁਸੀਂ ਨਵੇਂ ਸਿਰੇ ਤੋਂ ਇੱਕ ਨਵਾਂ ਮੁੱਢ ਤਿਆਰ ਕਰ ਲਿਆ। ਹਾਲਾਂਕਿ ਜਿਹੜੀ ਨਿਰਾਸ਼ਾ ਉਸ ਪਰਿਵਾਰ ਨੂੰ, ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਨੂੰ ਹੋਈ ਸੀ, ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਮੁੜ ਤੋਂ ਲਾਮਬੰਦ ਹੋਣ ਲਈ ਵੀ ਜਿਹੜੀ ਇੱਕ ਚੇਤਾਵਨੀ ਦਿੱਤੀ ਗਈ ਸੀ, ਉਹ ਵੀ ਉਹਨਾਂ ਦੇ ਵੱਲੋਂ ਉਭਾਰੀ ਗਈ ਹੈ। ਤੇ ਇਹ ਸਭ ਦੇ ਵਿੱਚ ਕਿਵੇਂ ਵੇਖ ਰਹੇ ਹੋ ਕਿ ਉਦੋਂ ਇਹ ਜਿਹੜਾ ਕੇਸ ਸੀਗਾ, ਉਦੋਂ ਇਹ ਇੱਕ ਤਰੀਕੇ ਦੇ ਨਾਲ ਡਿਸਮਿਸ ਕਰ ਦਿੱਤਾ ਜਾਂਦਾ ਹੈ, ਇਹ ਕੈਂਸਲੇਸ਼ਨ ਕਰ ਦਿੱਤੀ ਜਾਂਦੀ ਹੈ FIR ਤੇ ਹੁਣ ਮੁੜ ਤੋਂ ਇਹ ਨਵਾਂ ਜਿਹੜਾ ਮੁੱਢ ਹੈ ਉਹ ਸ਼ੁਰੂਆਤ ਹੋ ਗਈ। ਉਹ ਪਿੱਛੇ ਦਾ ਕਾਰਨ ਕੀ ਸੀ? ਸਰ, ਉਦੋਂ ਕੁਐਸ਼ ਤਾਂ ਹੋਇਆ ਸੀ ਬਿਕੋਜ਼ ਆਨਰੇਬਲ ਹਾਈ ਕੋਰਟ ਦਾ ਆਰਡਰ ਖਾਰਿਜ ਕੀਤਾ ਗਿਆ ਕਿ ਸੈਣੀ ਨੂੰ ਬਿਨਾਂ ਸੁਣੇ ਇਨਵੈਸਟੀਗੇਸ਼ਨ CBI ਨੂੰ ਦਿੱਤੀ ਗਈ। ਉਸ ਗਰਾਊਂਡ ਤੇ ਉਹ ਆਰਡਰ ਖਾਰਿਜ ਹੋਇਆ। ਜਦੋਂ ਉਹ ਆਰਡਰ ਖਾਰਿਜ ਹੋਇਆ ਹੈ ਤੇ ਉਦੋਂ ਬਾਅਦ ਵਾਲੇ ਸਾਰੇ ਆਰਡਰਸ ਆਪੇ ਖਾਰਿਜ ਕੀਤੇ, ਔਰ ਆਨਰੇਬਲ ਕੋਰਟ ਨੇ ਆਹੀ ਲਿਖਿਆ ਕਿ ਕਿਉਂਕਿ ਅਸੀਂ ਪਹਿਲਾ ਆਰਡਰ ਕੁਐਸ਼ ਕਰ ਰਹੇ ਹਾਂ, ਸੋ ਐਜ਼ ਅ ਰਿਜ਼ਲਟ ਸਾਰਾ ਕੁਝ ਇਨਕਲੂਡਿੰਗ FIR ਖਾਰਿਜ ਹੁੰਦੀ ਹੈ। ਬਾਕੀ ਜਿਹੜੀ ਚੀਜ਼ ਹੈ, ਤੁਸੀਂ ਇੱਕ ਫੈਮਿਲੀ ਵੱਲੋਂ ਦੇਖੋ, ਇੱਕ ਤਾਂ ਵਾਰੀ ਭਾਵੇਂ ਦਿਲ ਟੁੱਟੇ ਕੁਝ ਹੋਵੇ, ਰੱਬ ਦੇ ਵਿੱਚ ਕਿੰਨਾ ਵਿਸ਼ਵਾਸ ਰੱਖਿਆ, ਔਰ ਅੱਜ ਰੱਬ ਨੇ ਉਹਨਾਂ ਨੂੰ ਕਿੰਨਾ ਵਧੀਆ ਇੱਕ ਇਨਸਾਫ ਦੇਣ ਦੇ ਰਾਹ ਤੇ ਚੀਜ਼ ਚਲਾਤੀ। ਸੈਣੀ ਨੇ ਜ਼ੋਰ ਲਾ ਲਿਆ, ਸੈਣੀ ਦੇ ਸਾਰੇ ਸਪੋਰਟ ਕਰਨ ਵਾਲਿਆਂ ਨੇ ਜ਼ੋਰ ਲਾ ਲਿਆ, ਪਰ ਕੇਸ ਬੰਦ ਨਹੀਂ ਹੋ ਸਕਿਆ। ਇਸ ਤੋਂ ਵੱਡੀ ਮੈਂ ਕੀ ਐਗਜ਼ਾਮਪਲ ਦੇਵਾਂ ਰੱਬ ਦੇ ਕਰਿਸ਼ਮੇ ਦੀ? ਇਹ ਕੇਸ, ਉਹ ਫੈਮਿਲੀ, ਇਹ ਸਾਰੇ ਰੱਬ ਦੇ ਕਰਿਸ਼ਮੇ ਦਾ ਇੱਕ ਹਿੱਸਾ ਨੇ। ਦੇਖੋ, ਮੈਂ ਤਾਂ ਐਜ਼ ਅ ਲਾਇਰ ਕੇਸ ਲੜਨਾ ਹੈ, ਕੋਈ ਵੀ ਹੋਵੇ। ਮੇਰੇ ਕੋਲ ਜੇ ਇਹ ਫੈਮਿਲੀ ਨਾ ਹੁੰਦੀ, ਮੈਂ ਕੀ ਕੇਸ ਲੜਦਾ? ਇਸ ਲਈ ਕ੍ਰੈਡਿਟ ਮੈਨੂੰ ਨਹੀਂ ਜਾਂਦਾ, ਇਹ ਉਸ ਫੈਮਿਲੀ ਨੂੰ ਜਾਂਦਾ ਹੈ ਜਿਹੜੀ ਸੈਣੀ ਦੇ ਖਿਲਾਫ ਖੜੀ ਹੋਈ, ਸੈਣੀ ਦੀ ਤਸ਼ੱਦਦ ਦੇ ਅੱਗੇ ਝੁਕੀ ਨਹੀਂ, ਲੜੇ। ਔਰ ਲੜ ਕੇ ਰੱਬ ਕਿਉਂ ਉਹਨਾਂ ਨੂੰ ਇਨਸਾਫ ਨਹੀਂ ਦੇਊਗਾ? ਤੁਸੀਂ ਮੈਨੂੰ ਆਪ ਦੱਸੋ। ਸਾਡੇ ਗੁਰੂਆਂ ਨੇ ਵੀ ਹਮੇਸ਼ਾ ਆ ਕਿਹਾ ਕਿ ਇਨਸਾਫ ਲਈ ਲੜਨਾ ਹੁੰਦਾ ਔਰ ਇਨਸਾਫ ਮਿਲਦਾ ਹੈ। ਤੇ ਬਸ ਵਿਰਕ ਸਾਹਿਬ, ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜਾ ਕਿਹੜਾ ਦਾਅ ਪੇਚ ਹੈ ਜਿਹੜਾ ਸੁਮੇਧ ਸਿੰਘ ਸੈਣੀ ਨੂੰ ਬਚਾਉਂਦਾ ਰਿਹਾ? ਕੀ ਉਸ ਕੋਈ ਸਿਆਸੀ ਦਾਅ ਪੇਚ ਸੀ ਜਾਂ ਕੋਈ ਕਾਨੂੰਨੀ ਦਾਅ ਪੇਚ ਸੀ ਜਿਸ ਦੇ ਰਾਹੀਂ ਹੁਣ ਤੱਕ, ਕਿਉਂਕਿ 3 ਦਹਾਕੇ ਹੋ ਚੁੱਕੇ ਨੇ, ਬਹੁਤ ਲੰਮਾ ਪੈਂਡਾ ਹੈ 3 ਦਹਾਕਿਆਂ ਦੇ ਵਿੱਚ, ਆਖਰ ਦੇ ਵਿੱਚ ਕਿਹਾ ਜਾਂਦਾ ਕਿ ਬੋਰਡ ਵੀ ਸੁੱਕ ਜਾਂਦਾ? ਦੇਖੋ, ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਰੱਬ ਦੇ ਘਰ ਦੇਰ ਹੈ ਨੇਰ ਨਹੀਂ, ਠੀਕ ਹੈ। ਸਾਰਾ ਹਿਸਾਬ ਕਿਤਾਬ ਸਾਡੇ ਪਾਪਾਂ ਦਾ, ਸਾਡੇ ਖੱਟੇ ਪੁੰਨ ਦਾ ਇੱਥੇ ਹੀ ਹੋ ਜਾਣਾ ਹੈ, ਠੀਕ ਹੈ। ਇਸ ਕਰਕੇ ਮੈਂ ਇੱਕ ਛੋਟੀ ਜਿਹੀ ਚੀਜ਼ ਦੀ ਤੁਹਾਨੂੰ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸੈਣੀ ਕੀ ਕਰਦਾ ਰਿਹਾ, ਸੈਣੀ ਨੇ ਹਰ ਚੀਜ਼ ਕਰ ਲਈ, ਕੀ ਨਹੀਂ ਕੀਤਾ? ਪੋਲੀਟੀਕਲ ਸਪੋਰਟ ਮਿਲੀ ਤੇ DG ਲਾਤਾ, ਤੇ ਜਿਹੜੀ ਸਰਕਾਰ ਨੇ DG ਲਾਇਆ ਉਸੇ ਸਰਕਾਰ ਨੇ ਉਹਨੂੰ ਹਟਾਇਆ। ਇਸ ਤੋਂ ਵੱਡੀ ਬੇਇੱਜ਼ਤੀ ਕੀ ਹੋਣੀ ਸੀ? ਉਹ ਸਰਕਾਰ ਸੈਕਿੰਡ ਟਾਈਮ ਪਾਵਰ 'ਚ ਆਈ, ਸੈਣੀ DG ਬਣਿਆ, ਉਹ ਸਰਕਾਰ 2 ਵਾਰੀਆਂ ਲਈ ਪਾਵਰ ਤੋਂ ਬਾਹਰ ਹੋ ਗਈ। ਹੁਣ ਤੀਜੀ ਵਾਰੀ ਆਉਂਦੀ ਹੈ ਨਹੀਂ ਆਉਂਦੀ ਮੈਨੂੰ ਨਹੀਂ ਪਤਾ, ਪਰ 2 ਵਾਰੀ ਨਹੀਂ ਆ ਸਕੇ। ਸੋ ਇਸ ਕਰਕੇ ਜੇ ਤੁਸੀਂ ਉਸ ਐਂਗਲ ਤੋਂ ਚੀਜ਼ਾਂ ਦੇਖੋਗੇ ਤੇ ਸੈਣੀ ਨੂੰ ਅੱਗੇ ਲਿਆਉਣ ਵਾਲੇ ਜਿਨ੍ਹਾਂ ਨੂੰ ਯੂਜ਼ ਕਰਕੇ ਸੈਣੀ ਨੇ ਪਾਵਰ ਆਪਦੀ ਮਿਸਯੂਜ਼ ਕੀਤੀ, ਆਪਦੀ ਪੋਜੀਸ਼ਨ ਮਿਸਯੂਜ਼ ਕੀਤੀ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਸ ਚੀਜ਼ ਦਾ ਮਤਲਬ ਰੱਬ ਨੇ ਉਸ ਚੀਜ਼ ਦੀ ਉਹਨਾਂ ਨੂੰ ਸਜ਼ਾ ਦਿੱਤੀ। ਸੋ ਇਸ ਕਰਕੇ ਸੈਣੀ ਜੋ ਮਰਜ਼ੀ ਕਰ ਲੇ, ਮੈਂ ਤਾਂ ਦੇਖੋ ਰੱਬ ਦੇ ਵਿੱਚ ਵਿਸ਼ਵਾਸ ਕਰਕੇ ਲੜਨ ਵਾਲਾ ਬੰਦਾ। ਸੋ ਰੱਬ ਨੇ ਕਿਵੇਂ ਇਨਸਾਫ ਦਿਵਾਉਣਾ ਉਹ ਰੱਬ ਜਾਣਨ। ਇਨਸਾਫ ਪੱਕਾ ਹੋਊਗਾ ਉਹ ਮੈਨੂੰ ਪੂਰਾ ਯਕੀਨ ਹੈ। ਔਰ ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ, ਤੁਹਾਡੇ ਦਰਸ਼ਕਾਂ ਦਾ ਵਿਸ਼ਵਾਸ ਉਸ ਚੀਜ਼ ਵਿੱਚ ਤਾਂ ਹੀ ਹੈ। ਤੇ ਰੱਬ ਕਿਉਂ ਇਨਸਾਫ ਨਹੀਂ ਕਰੂਗਾ? ਰੱਬ ਨੇ ਤਾਂ ਇਨਸਾਫ ਕਰਨਾ ਹੀ ਕਰਨਾ, ਉਹ ਤਾਂ ਸਾਡੇ ਗੁਰੂਆਂ ਨੇ ਵੀ ਆਹੀ ਕਿਹਾ। ਤੁਸੀਂ ਦੇਖੋ, ਜਿੱਥੇ ਵੀ ਕਦੇ ਕਿਸੇ ਨੇ ਧੱਕਾ ਕੀਤਾ ਹੈ, ਇਹ ਕਦੇ ਨਹੀਂ ਹੋਇਆ ਕਿ ਉਹ ਧੱਕੇਸ਼ਾਹੀ ਦੀ ਉਹਨੂੰ ਸਜ਼ਾ ਨਾ ਮਿਲੀ ਹੋਵੇ। ਉਹ ਕਿਸ ਰੂਪ ਦੇ ਵਿੱਚ ਮਿਲਣੀ ਹੈ ਉਹ ਰੱਬ ਨੇ ਦੇਖਣਾ ਹੈ। ਪਰ ਇਸੇ ਜਨਮ 'ਚ ਸਾਰਾ ਹਿਸਾਬ ਕਿਤਾਬ ਰੱਬ ਕਰ ਦਿੰਦੇ ਹੈ। ਸੈਣੀ ਨਾਲ ਵੀ ਉਹੀ ਚੀਜ਼ ਹੈ, ਕਿੱਥੇ ਰਿਟਾਇਰ ਹੋ ਕੇ ਆਰਾਮ ਨਾਲ ਬੈਠਾ ਹੁੰਦਾ, ਅੱਜ ਖਾ ਰਿਹਾ ਧੱਕੇ, ਅੱਜ ਕੋਰਟ ਦੇ ਵਿੱਚ ਫੇਸ ਕਰ ਰਿਹਾ ਪ੍ਰੋਸੀਕਿਊਸ਼ਨ, ਨਹੀਂ ਨਿਕਲ ਸਕਿਆ ਨਾ, ਉਹਨੇ ਜ਼ੋਰ ਲਾ ਲਿਆ। ਤੁਸੀਂ ਕਹਿ ਰਹੇ ਹੋ 3 ਦਹਾਕੇ ਹੋ ਗਏ ਕੇਸ ਡਿਲੇ ਕਰਦੇ, ਮੈਂ ਕਹਿੰਦਾ ਇੰਨੀ ਪਾਵਰ ਇੰਜੋਏ ਕਰਕੇ 3 ਦਹਾਕਿਆਂ ਬਾਅਦ ਵੀ ਉਹ ਕੇਸ ਬੰਦ ਨਹੀਂ ਕਰਾ ਸਕਿਆ। ਇਸ ਤੋਂ ਵੱਡਾ ਰੱਬ ਦਾ ਕੀ ਕਰਿਸ਼ਮਾ ਹੈ? ਤੁਸੀਂ ਇਸ ਕੇਸ ਨੂੰ ਲੰਮੇ ਸਮੇਂ ਤੋਂ ਲੜ ਰਹੇ ਹੋ, ਲੰਮੀ ਭੂਮਿਕਾ ਅਦਾ ਕਰ ਰਹੇ ਹੋ, ਕਦੇ ਤੁਹਾਨੂੰ ਥ੍ਰੈਟ ਹੋਇਆ ਇਸ ਸਭ ਨੂੰ ਲੈ ਕੇ? ਕਿਉਂਕਿ ਇੱਕ ਪਾਸੇ ਇਸ ਤਰ੍ਹਾਂ ਇਲਜ਼ਾਮ ਲੱਗਦੇ ਨੇ ਕਿ ਇੱਕ ਸੈਣੀ ਬਹੁਤ ਵੱਡੀ ਪਾਵਰ ਹੈ, ਉਹ ਇੱਕ ਸਿਸਟਮ ਦਾ, ਬਹੁਤ ਵੱਡੀ ਮਸ਼ੀਨਰੀ ਦਾ ਇੱਕ ਅਜਿਹਾ ਸਿੱਕਾ ਹੈ ਕਿ ਜਿਸ ਨੂੰ ਸੁੱਟਣਾ ਤਾਂ ਦੂਰ ਦੀ ਗੱਲ, ਉਹਨੂੰ ਵੇਖਣਾ ਵੀ ਕਾਫੀ ਮੁਸ਼ਕਲ ਹੁੰਦਾ ਬੜੇ ਬੜਿਆਂ ਦੇ ਲਈ। ਹਾਲਾਂਕਿ ਇਲਜ਼ਾਮ ਲੱਗਦੇ ਰਹੇ ਨੇ, ਪਰ ਹੁਣ ਤੁਹਾਡਾ ਪੱਖ ਲੈਣਾ ਚਾਹੂੰਗਾ ਕਿ ਤੁਸੀਂ ਕੀ ਸੋਚਦੇ ਹੋ ਸਭ ਨੂੰ ਲੈ ਕੇ, ਐਂਗਲ ਨੂੰ ਕੀ ਸੋਚਦੇ ਹੋ? ਸਰ, ਨਾ ਸੈਣੀ ਤੇ ਨਾ ਸੈਣੀ ਦੇ ਨੁਮਾਇੰਦੇ, ਨਾ ਮੈਂ ਇਹਨਾਂ ਤੋਂ ਡਰਿਆ ਨਾ ਮੈਂ ਡਰਾਂਗਾ, ਠੀਕ ਹੈ। ਮੈਂ ਇੱਕ ਜੇ ਡਰ ਰਿਹਾ ਹੁੰਦਾ ਮੈਂ ਇਸ ਕੇਸ 'ਚ ਨਾ ਹੁੰਦਾ, ਔਰ ਇਹ ਕੇਸ ਦੇ ਵਿੱਚ ਮੈਂ 2020 ਤੋਂ ਆਇਆ। ਅਤੇ ਇਸ ਕਰਕੇ ਜਿੱਥੇ ਤੱਕ ਸੈਣੀ ਦਾ ਇੱਕ ਆਪਦੇ ਆਪ ਨੂੰ ਇੱਕ ਸਿਸਟਮ ਬਣਾ ਕੇ ਚੱਲਣ ਦਾ, ਮੇਰੇ ਲਈ ਉਹ ਸਿਸਟਮ ਨਹੀਂ, ਇੱਕ ਹੈਵਾਨ ਹੈ
ਔਰ ਹੈਵਾਨ ਇੱਕ ਨਿਹਾਇਤ ਡਰਪੋਕ ਇਨਸਾਨ ਹੁੰਦਾ ਹੈ। ਜੇ ਸੈਣੀ ਦਲੇਰ ਹੁੰਦਾ ਮੈਂ ਉਹਦੀ ਇੱਜ਼ਤ ਕਰਦਾ। ਇਹ ਦਲੇਰੀ ਨਹੀਂ ਹੁੰਦੀ ਕਿਸੇ ਬੰਦੇ ਨੂੰ ਕਸਟਡੀ 'ਚ ਲੈ ਕੇ ਝੂਠੇ ਕਾਗਜ਼ ਤਿਆਰ ਕਰਕੇ ਉਹਨੂੰ ਟੌਰਚਰ ਕਰਕੇ ਮਾਰਨਾ। ਇਹੋ ਜਿਹੀਆਂ ਤਸ਼ੱਦਦਾਂ ਨਿਹਾਇਤ ਹੈਵਾਨੀਅਤ ਨਾਲ ਭਰੇ ਲੋਕ ਕਰਦੇ ਹੈ। ਜੇ ਆ ਐਲੀਗੇਸ਼ਨਸ ਸੱਚੇ ਹੈ ਤੇ ਸੁਮੇਧ ਸੈਣੀ ਕਿਸ ਐਂਗਲ ਤੋਂ ਆਪਦੇ ਆਪ ਨੂੰ ਦਲੇਰ ਕਹਿੰਦਾ ਹੈ? ਮੈਨੂੰ ਅੱਜ ਇਹ ਦੱਸੋ। ਸੁਮੇਧ ਸੈਣੀ ਨੇ ਹਰ ਉਹ ਕੰਮ ਕੀਤਾ ਜਿਹਨੇ ਉਹਦੀ ਵਰਦੀ ਨੂੰ ਔਰ ਹਰ ਵਰਦੀ ਪਾਉਣ ਵਾਲੇ ਨੂੰ ਸ਼ਰਮਸਾਰ ਕੀਤਾ ਹੈ। ਤੁਸੀਂ ਧਮਕੀ ਦੀ ਗੱਲ ਕਰ ਰਹੇ ਹੋ, ਨਾ ਇਹ ਧਮਕਾ ਸਕਿਆ, ਨਾ ਮੈਂ ਇਹਦੇ ਜਾਂ ਇਹਦੇ ਚੇਲਿਆਂ ਤੋਂ ਡਰਦਾ। ਅਜੇ ਵੀ ਬਹੁਤ ਪੁਲਿਸ ਦੇ ਵਿੱਚ ਇਹਦੇ ਚੇਲੇ ਭਰੇ ਹੋਏ ਆ ਸੀਨੀਅਰ ਰੈਂਕਸ 'ਤੇ, ਮੈਂ ਉਹਨਾਂ ਤੋਂ ਨਹੀਂ ਡਰਦਾ। ਇਹਦੇ ਤੋਂ ਮੈਂ ਕਦੇ ਨਹੀਂ ਡਰਿਆ। ਐਨੀਵੇ, ਮੇਨ ਚੀਜ਼ ਉਹਦੇ ਵਿੱਚ ਮੈਂ ਜ਼ਰੂਰ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਇੱਕ ਚੀਜ਼ ਕਹਿਣੀ ਚਾਹਾਂਗਾ। ਸੈਣੀ ਵਰਗੇ ਸਾਡੇ ਡਰ ਤੋਂ ਹਿੰਮਤ ਲੈਂਦੇ ਹੈ ਕਿ ਮੇਰੇ ਖਿਲਾਫ ਆਵਾਜ਼ ਚੁੱਕੀ ਤੇ ਮੈਂ ਮਿਟਾ ਦਿਆਂਗਾ। ਸਾਨੂੰ ਉਹ ਕਹਿੰਦੇ ਪ੍ਰਭ ਪਾਵੇ, ਗੁਰਬਾਣੀ 'ਚ ਆਉਂਦਾ ਪ੍ਰਭ ਪਾਵੇ ਬਿਨ ਸਾਸ ਤੇ ਰੱਖੇ। ਰੱਬ ਚਾਹੁਣ ਤੇ ਸਾਨੂੰ ਬਿਨਾਂ ਸਾਹ ਤੋਂ ਜਿਉਂਦਾ ਰੱਖਦੇ ਹੈ। ਰੱਬ 'ਚ ਵਿਸ਼ਵਾਸ ਰੱਖੋ। ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਹੈਵਾਨਾਂ ਲਈ ਕੋਈ ਥਾਂ ਨਹੀਂ ਹੈ। ਅਸੀਂ ਦੁਨੀਆ 'ਚ ਐਗਜ਼ਾਮਪਲ ਕਾਇਮ ਕੀਤੀ ਹੈ। ਹਿੰਮਤ ਕਰੋ, ਅਰਦਾਸ ਕਰੋ ਔਰ ਇਹੋ ਜਿਹਿਆਂ ਦੇ ਖਿਲਾਫ ਆਵਾਜ਼ ਚੁੱਕੋ। ਇਹ ਸਿਰਫ ਲੋਕਾਂ ਦੇ ਚੁੱਪ ਰਹਿਣ ਤੋਂ ਉਹਨਾਂ ਨੂੰ ਡਰਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ। ਇਸ ਲਈ ਮੇਰੀ ਇੱਕੋ ਹੀ ਬੇਨਤੀ ਹੈ, ਨਾ ਇਹ ਕਿਸੇ ਦਾ ਕੁਝ ਵਿਗਾੜ ਸਕਿਆ ਨਾ ਵਿਗਾੜ ਸਕੂਗਾ। ਇਹਨੇ ਪਾਪ ਕੀਤੇ ਹੈ, ਉਹ ਪਾਪਾਂ ਦੀ ਇਹਨੂੰ ਸਜ਼ਾ ਦਿਵਾਈਏ। ਔਰ ਇਹੋ ਜਿਹੇ ਦੂਜੇ ਅਫਸਰ ਜਿਹੜੇ ਇਹਦੇ ਤੋਂ ਇਨਸਪਾਇਰ ਹੋ ਕੇ ਵਰਦੀ ਦੀ ਵੀ ਦੁਰਵਰਤੋਂ ਕਰ ਰਹੇ, ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਪਾਪਾਂ ਦੀ ਸਜ਼ਾ ਦਿਵਾਈਏ। ਇਹ ਇੱਥੇ ਨਹੀਂ ਗੱਲ ਖਤਮ ਹੁੰਦੀ ਕਿ ਸੈਣੀ 'ਤੇ ਇੱਕ ਕੇਸ ਹੈ। ਇਹ ਦਾਗਦਾਰ ਵਰਦੀਆਂ ਜਿਹੜੀਆਂ ਪੰਜਾਬ ਪੁਲਿਸ ਦੀਆਂ, ਉਹਨਾਂ ਨੂੰ ਸਾਫ਼ ਕਰਨ ਦੇ ਲਈ ਇਹ ਸਾਨੂੰ ਕਦਮ ਚੁੱਕਣੇ ਪੈਣੇ ਹੈ। ਪਬਲਿਕ ਨੂੰ ਅਰਦਾਸਾਂ ਕਰਨ ਦੇ ਨਾਲ ਨਾਲ ਇਹਨਾਂ ਦੇ ਖਿਲਾਫ ਅੱਗੇ ਆਉਣਾ ਚਾਹੀਦਾ ਹੈ। ਆਖਰੀ ਸਵਾਲ ਕਰਨਾ ਚਾਹੂੰਗਾ, ਤੁਹਾਡਾ ਥਾਟ ਆਫ ਪ੍ਰੋਸੈਸ ਕੀ ਕਹਿੰਦਾ? ਜਿਹੜੇ ਰਾਹ 'ਤੇ ਤੁਸੀਂ ਤੁਰੇ ਹੋਏ ਹੋ, ਉਹ ਜਿਹੜਾ ਰਾਹ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪਾਪ ਕੀਤੇ ਨੇ, ਜਿਹੜੇ ਗੁਨਾਹਗਾਰ ਕੀਤੇ ਨੇ, ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਕਿੰਨੇ ਕੁ ਸਮੇਂ ਦੇ ਵਿੱਚ ਇਹ ਸਭ ਕੁਝ ਸ਼ੀਸ਼ਾ ਸਾਫ਼ ਹੋ ਜਾਏਗਾ? ਟ੍ਰਾਇਲ ਕਿੰਨੇ ਕੁ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜਾਏਗਾ? ਕੀ ਥਾਟ ਆਫ ਪ੍ਰੋਸੈਸ ਹੈ ਤੁਹਾਡਾ, ਕਿਉਂਕਿ ਤੁਹਾਡਾ ਲੰਬਾ ਤਜਰਬਾ ਹੈ? ਸਰ, ਇਹਦੇ ਵਿੱਚ ਕੁਝ ਵੀ ਮਤਲਬ ਡੈਫੀਨੇਟ ਨਹੀਂ ਕਿਹਾ ਜਾ ਸਕਦਾ। ਸਾਡੀ ਕੋਸ਼ਿਸ਼ ਤਾਂ ਇਹ ਰਹੂਗੀ ਕਿ ਜਿੰਨੀ ਛੇਤੀ ਹੋ ਸਕੇ ਐਕਸਪੀਡੀਸ਼ੀਅਸ ਟ੍ਰਾਇਲ ਹੋਵੇ ਔਰ ਡਿਲੇ ਜਿਹੜੀ ਹੈ ਉਹ ਮਿਨੀਮਮ ਹੋਵੇ। ਸੈਣੀ ਵੱਲੋਂ ਡਿਲੇ ਦੀਆਂ ਟੈਕਟਿਕਸ ਚੱਲੀ ਜਾਣੀ ਹੈ, ਉਹਨੂੰ ਕੌਣ ਸਪੋਰਟ ਕਰਦਾ ਹੈ, ਕਿਵੇਂ ਕਰਦਾ ਹੈ, ਉਹ ਰੱਬ ਜਾਣੇ। ਬਟ ਮੈਨੂੰ ਪੂਰਾ ਯਕੀਨ ਹੈ ਜਿੰਨੀ ਛੇਤੀ ਹੋ ਸਕਿਆ ਇਸ ਕੇਸ ਦੀ ਟ੍ਰਾਇਲ ਹੋਊਗੀ ਔਰ ਇਨਸਾਫ ਜ਼ਰੂਰ ਹੋਊਗਾ। ਤੁਸੀਂ ਦੇਖੋ, ਜੇ ਰੱਬ ਨੇ ਸਾਨੂੰ ਇਨਸਾਫ ਨਹੀਂ ਦਿਵਾਉਣਾ ਸੀ ਜਾਂ ਇਸ ਕੇਸ ਦੇ ਵਿੱਚ ਐਕਚੁਅਲੀ ਧੱਕੇਸ਼ਾਹੀ ਨਾ ਹੋਈ ਹੁੰਦੀ, ਇਹ ਕੇਸ ਨਾ ਖੁੱਲ੍ਹਦਾ। ਸੈਣੀ ਦੇ ਪੂਰਾ ਜ਼ੋਰ ਲਾਉਣ ਤੋਂ ਬਾਅਦ ਵੀ ਰੱਬ ਨੇ ਇਸ ਕੇਸ ਨੂੰ ਜਿਉਂਦਾ ਰੱਖਿਆ। ਇਸ ਲਈ ਇਸ ਕੇਸ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਇਨਸਾਫ ਵੀ ਹੋਊਗਾ ਔਰ ਬਹੁਤ ਛੇਤੀ ਹੋਊਗਾ। ਸਾਹਿਬ, ਓਨਰ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਹੁਣ ਵੇਖਣਾ ਹੋਏਗਾ ਕਿ ਇਸ ਕੇਸ ਦੇ ਵਿੱਚ ਕਦੋਂ ਤੱਕ ਜਿਹੜਾ ਸਾਰਾ ਸ਼ੀਸ਼ਾ ਹੈ ਉਹ ਸਾਫ਼ ਹੋ ਜਾਂਦਾ। ਪਰੰਤੂ ਬਲਵੰਤ ਸਿੰਘ ਮੁਲਤਾਨੀ ਦੀ ਗੱਲ ਕੀਤੀ ਜਾਵੇ, 3 ਦਹਾਕੇ ਹੋ ਚੁੱਕੇ ਨੇ ਇਸ ਕੇਸ ਨੂੰ, ਪਰ ਇਹ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਦੀਆਂ ਜਿਹੜੀ ਮੁਸ਼ਕਲਾਂ ਪਹਿਲਾਂ ਘਟ ਚੁੱਕੀਆਂ ਸੀ, ਹੁਣ ਮੁੜ ਤੋਂ ਵਾਧਾ ਹੁੰਦਾ ਨਜ਼ਰ ਆ ਰਿਹਾ। ਤੇ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਨੇ ਸੁਮੇਧ ਸਿੰਘ ਸੈਣੀ, ਚਰਚਿਤ ਚਿਹਰਾ ਰਹੇ ਨੇ, ਪਰ ਇਸ ਵਾਰ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਖਿੱਚੋਤਾਣ ਵਧੀ ਹੋਈ ਹੈ। ਤੇ ਹੁਣ ਵੇਖਣਾ ਹੋਏਗਾ, FIR ਦਰਜ ਹੋ ਚੁੱਕੀ ਹੈ, ਮੁੜ ਤੋਂ ਇੱਕ ਵਾਰ ਕੁਐਸ਼ ਹੋਈ ਸੀ, ਪਰ ਹੁਣ ਟ੍ਰਾਇਲ ਵੀ ਮੁੜ ਤੋਂ ਸ਼ੁਰੂ ਹੋ ਗਿਆ। ਤੇ ਇਸ ਕੇਸ ਦੇ ਵਿੱਚ ਕਦੋਂ ਤੱਕ ਪਰਿਵਾਰ ਨੂੰ ਇਨਸਾਫ ਮਿਲਦਾ, ਇਹ ਸਮਾਂ ਤੈਅ ਕਰੇਗਾ, ਕਿਉਂਕਿ ਸਭ ਸਮੇਂ ਦੇ ਗਰਭ 'ਚ